ਵੌਇਸ ਆਫ ਪੰਜਾਬ ਟੀਵੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ। ਪੰਜਾਬ ਦੇ ਵਿੱਚ ਵੀ ਸਿਆਸੀ ਮਾਹੌਲ ਭਖ ਰਿਹਾ ਹੈ। ਪੰਜਾਬ ਦੇ ਵਿੱਚ ਸਿਆਸਤ ਨੂੰ ਉੱਚਾ ਚੁੱਕਣ ਦੇ ਲਈ ਯੂਥ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ। ਪੰਜਾਬ ਦੀ ਜਿੰਨੀ ਜਵਾਨੀ ਹੈ, ਪੰਜਾਬ ਦਾ ਜਿੰਨਾ ਯੂਥ ਹੈ, ਉਸ ਦਾ ਭਰਪੂਰ ਇਸਤੇਮਾਲ ਰਾਜਨੀਤਿਕ ਪਾਰਟੀਆਂ ਵੱਲੋਂ ਕੀਤਾ ਜਾਂਦਾ ਹੈ। ਪਰ ਕੀ ਆਖਿਰ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਮਦਦ ਕਰਨ ਦਾ ਯੂਥ ਨੂੰ ਕੋਈ ਲਾਭ ਹੁੰਦਾ ਹੈ ਜਾਂ ਨਹੀਂ? ਇਹ ਸਵਾਲ ਚੁੱਕਿਆ ਹੈ ਪੰਜਾਬ ਯੂਥ ਕਾਂਗਰਸ ਪ੍ਰੈਜ਼ੀਡੈਂਟ ਬਰਿੰਦਰ ਢਿੱਲੋਂ ਨੇ। ਲੰਬੀ ਗੱਲਬਾਤ ਕੀਤੀ ਹੈ ਬਰਿੰਦਰ ਢਿੱਲੋਂ ਨੇ ਇਸ ਪੂਰੇ ਮਾਮਲੇ ਤੇ ਅਤੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਵੀ ਸਾਧਿਆ ਹੈ। ਸੋ ਯੂਥ ਨੂੰ ਲੈ ਕੇ, ਨੌਜਵਾਨੀ ਨੂੰ ਲੈ ਕੇ ਕੀ ਗੱਲਾਂ ਕੀਤੀਆਂ ਨੇ ਬਰਿੰਦਰ ਸਿੰਘ ਢਿੱਲੋਂ ਨੇ, ਆਓ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਸਾਰਿਆਂ ਨੂੰ ਪਤਾ 2022 ਦੀਆਂ ਚੋਣਾਂ ਨੇੜੇ ਆ ਔਰ ਬੜੀਆਂ ਵੱਖ-ਵੱਖ ਗੱਲਾਂ ਹੋ ਰਹੀਆਂ। ਜਾਤ ਦੇ ਉੱਤੇ ਟਿਕਟਾਂ ਦੀ ਗੱਲ ਆ ਰਹੀ ਆ, ਧਰਮ ਦੇ ਉੱਤੇ ਟਿਕਟਾਂ ਦੀ ਗੱਲ ਆਂਦੀ ਆ। ਇਹ ਵਰਗ ਨੂੰ ਇਸ ਚੀਜ਼ ਦੀ ਮਹੱਤਵਤਾ ਦੇਵਾਂਗੇ ਤਾਂ ਵੋਟ ਬੈਂਕ ਪੋਲਿਟਿਕਸ ਜਿਹਨੂੰ ਆਪਾਂ ਕਹਿੰਦੇ ਆ ਉਹ ਹੋ ਰਹੀ ਆ। ਮੈਂ ਅੱਜ ਵਿਦਿਆਰਥੀ ਵਰਗ ਦੇ ਬਾਰੇ ਗੱਲ ਕਰਨਾ ਚਾਹੁੰਦਾ। ਸਭ ਤੋਂ ਅਹਿਮ ਔਰ ਸਭ ਤੋਂ ਵੱਡਾ ਵਰਗ ਅਗਰ ਕੋਈ ਪੰਜਾਬ 'ਚ ਵੇਖੀਏ ਕਿ ਉਹ ਵਿਦਿਆਰਥੀ ਵਰਗ ਆ। ਬੇਸ਼ੱਕ ਆਪਾਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਆ, ਲੇਕਿਨ ਅਗਰ ਸਮੂਹ ਤੌਰ ਤੇ ਵੇਖੀਏ ਤੇ ਇਸ ਤੋਂ ਵੱਡਾ ਵਰਗ ਕੋਈ ਨਹੀਂ ਹੋ ਸਕਦਾ। ਅੱਜ ਬੇਸ਼ੱਕ ਮੈਂ ਕਿਸੇ ਵੀ ਧਰਮ ਤੋਂ ਆ, ਮੈਂ ਕਿਸੇ ਵੀ ਜਾਤ ਤੋਂ ਆ, ਲੇਕਿਨ ਜਦੋਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਈਦਾ, ਜਦੋਂ ਕਾਲਜਾਂ 'ਚ ਪੜ੍ਹਨ ਜਾਈਦਾ, ਉੱਥੇ ਸਮਾਨਤਾ ਦੀ ਗੱਲ ਹੁੰਦੀ ਆ। ਇਸ ਕਰਕੇ ਇੰਪੋਰਟੈਂਟ ਹੈ ਵਿਦਿਆਰਥੀ ਵਰਗ ਔਰ ਨਾਲ ਯੂਨੀਵਰਸਿਟੀ 'ਚੋਂ ਚੁਣੇ ਹੋਏ ਨਿਕਲੇ ਹੋਏ ਸਟੂਡੈਂਟ ਲੀਡਰਸ। ਮੈਂ ਇਸ ਕਰਕੇ ਗੱਲ ਕਰ ਰਿਹਾ। ਬੜੀ ਤਰਾਸ਼ਦੀ ਦੀ ਗੱਲ ਆ ਵੀ ਕੋਈ ਵੀ ਪਾਰਟੀਆਂ ਸ਼ਾਇਦ ਸਟੂਡੈਂਟ ਪੋਲਿਟਿਕਸ ਨੂੰ ਸਮਝਦੀਆਂ ਤਾਂ ਜ਼ਰੂਰ ਹੋਣਗੀਆਂ, ਦੇਖਦੀਆਂ ਵੀ ਜ਼ਰੂਰ ਹੋਣਗੀਆਂ, ਲੇਕਿਨ ਵਰਤ ਕੇ ਕਿਤੇ ਨਾ ਕਿਤੇ ਸੁੱਟ ਦਿੰਦੀਆਂ। ਅਗਰ ਕਿਸੇ ਇਕਲੌਤੀ ਪਾਰਟੀ ਨੇ ਅਗਰ ਇਹ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ। ਤੁਸੀਂ ਵੇਖੋ ਪਿਛਲੀ ਵਾਰ ਦਲਵੀਰ ਸਿੰਘ ਗੋਲਡੀ ਐਮਐਲਏ ਅੱਜ ਧੂਰੀ ਤੋਂ, ਖੁਸ਼ਬਾਜ਼ ਸਿੰਘ ਜਟਾਣਾ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜੇ, ਮੈਂ ਖੁਦ ਰੋਪੜ ਤੋਂ ਇਲੈਕਸ਼ਨ ਲੜਿਆ। ਸਾਰੇ ਕਿਤੇ ਨਾ ਕਿਤੇ ਯੂਨੀਵਰਸਿਟੀ ਦੀ ਰਾਜਨੀਤੀ ਨਾਲ ਪ੍ਰਧਾਨਗੀਆਂ ਦੇ ਵਿੱਚ ਸ਼ਮੂਲੀਅਤ ਦਿੰਦੇ ਰਹੇ, ਪ੍ਰਧਾਨ ਰਹੇ ਔਰ ਉੱਥੋਂ ਰਾਜਨੀਤੀ ਸ਼ੁਰੂ ਕੀਤੀ। ਉਵੇਂ ਹੀ ਕੁਲਜੀਤ ਸਿੰਘ ਨਾਗਰਾ ਤੁਸੀਂ ਵੇਖੋਗੇ ਉਹ ਵੀ ਯੂਨੀਵਰਸਿਟੀ ਦੀ ਪ੍ਰਧਾਨਗੀ ਦੇ ਵਿੱਚ, ਯੂਨੀਵਰਸਿਟੀ ਦੀ ਰਾਜਨੀਤੀ ਵਿੱਚ ਬੜੇ ਸਦਗਰਮ ਰਹੇ। ਉਸੇ ਤਰ੍ਹਾਂ ਅਗਰ ਵੇਖੋ ਦਮਨ ਬਾਜਵਾ ਵੀ ਭਾਵੇਂ ਉਹ ਯੂਨੀਵਰਸਿਟੀ ਦੀ ਰਾਜਨੀਤੀ ਦੇ ਵਿੱਚ ਸਦਗਰਮ ਸੀ, ਲੇਕਿਨ ਸਟੂਡੈਂਟ ਜਥੇਬੰਦੀਆਂ ਨਾਲ, ਵਿਦਿਆਰਥੀ ਜਥੇਬੰਦੀਆਂ ਨਾਲ ਉਹਨਾਂ ਦਾ ਨੇੜਲਾ ਸੰਬੰਧ ਰਿਹਾ। ਮੈਂ ਇਸ ਕਰਕੇ ਗੱਲ ਕਰ ਰਿਹਾ, ਜਦੋਂ ਆਪਾਂ ਰੁਜ਼ਗਾਰ ਦਾ ਮੁੱਦਾ ਚੱਕੀਦਾ, ਜਦੋਂ ਆਪਾਂ ਕਾਲਜਾਂ ਦੀ ਫੀਸਾਂ ਦਾ ਮੁੱਦਾ ਚੁੱਕੀਦਾ, ਜਦੋਂ ਆਪਾਂ ਐਜੂਕੇਸ਼ਨ ਦਾ ਮੁੱਦਾ ਚੁੱਕੀਦਾ, ਤੇ ਸਭ ਤੋਂ ਵਧੀਆ ਜਿਵੇਂ ਆਪਾਂ ਕਹੀਦਾ ਵੀ ਦਲਿਤ ਦੀ ਗੱਲ ਦਲਿਤ ਕਰ ਰਿਹਾ, ਜਦੋਂ ਆਪਾਂ ਕਹੀਦਾ ਵੀ ਹਿੰਦੂ ਸਮਾਜ ਦੀ ਗੱਲ ਹਿੰਦੂ ਕਰ ਰਿਹਾ, ਜਾਂ ਜੱਟਾਂ ਦੀ ਗੱਲ ਜੱਟ ਕਰ ਰਿਹਾ, ਜਾਂ ਇਹ ਕਦੀ ਨਹੀਂ ਕਹੀਦਾ ਵੀ ਮੁਸਲਮਾਨ ਸਮਾਜ ਦੀ ਗੱਲ ਕੋਈ ਹਿੰਦੂ ਲੀਡਰ ਕਰ ਰਿਹਾ, ਕਿਉਂਕਿ ਇਹ ਇੱਕ ਧਾਰਨਾ ਬਣ ਚੁੱਕੀ ਆ। ਕਿ ਇਹ ਧਾਰਨਾ ਫਿਰ ਵਿਦਿਆਰਥੀਆਂ ਦੀ ਗੱਲ ਕੌਣ ਕਰ ਰਿਹਾ, ਵਿਦਿਆਰਥੀਆਂ ਦੇ ਰੁਜ਼ਗਾਰ ਦੀ ਗੱਲ ਕੌਣ ਕਰ ਰਿਹਾ, ਵਿਦਿਆਰਥੀਆਂ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕੌਣ ਕਰ ਰਿਹਾ, ਫਿਰ ਉਹ ਉਸ ਸਮੇਂ ਆਪਾਂ ਬਦਲ ਜਾਈਦਾ। ਇਸ ਕਰਕੇ ਵਿਦਿਆਰਥੀ ਜਿਹੜੇ ਲੀਡਰ ਆ ਜਾਂ ਵਿਦਿਆਰਥੀ ਜਿਹੜੇ ਯੂਨੀਵਰਸਿਟੀਆਂ ਚੋਂ ਨਿਕਲੇ ਹੋਏ ਆ, ਜਾਂ ਜਿਹੜੇ ਯੰਗਸਟਰ ਆ ਜਿਨ੍ਹਾਂ ਨੂੰ ਆਪਾਂ ਕਹੀਦਾ ਵੀ ਆਪਾਂ ਇੱਕ ਕਈ ਨਵੇਂ ਯੰਗਸਟਰ ਵੀ ਆ ਜਾਂਦੇ ਆ, ਔਰ ਕਈ ਵਾਰ ਕੋਈ ਇਹੋ ਜਿਹੇ ਯੰਗਸਟਰ ਜਿਨ੍ਹਾਂ ਨੂੰ ਸ਼ਾਇਦ ਰਾਜਨੀਤੀ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ, ਲੇਕਿਨ ਹਾਂ ਜ਼ਰੂਰੀ ਕੋਈ ਪਿੰਡਾਂ ਦੇ ਵਿੱਚੋਂ ਉੱਠ ਕੇ ਆ ਸਕਦਾ, ਕੋਈ ਕਾਲਜਾਂ 'ਚ ਉੱਠ ਕੇ ਆ ਸਕਦਾ, ਕੋਈ ਸ਼ਹਿਰਾਂ 'ਚ ਉੱਠ ਕੇ ਆ ਸਕਦਾ, ਜਿਨ੍ਹਾਂ ਨੇ ਸੋਸ਼ਲ ਐਕਟਿਵਿਜ਼ਮ ਕੀਤਾ ਹੁੰਦਾ ਵਾ, ਉਹਨਾਂ ਦੇ ਵੀ ਇੱਕ ਵਰਗ ਆ। ਲੇਕਿਨ ਮੈਂ ਨੌਜਵਾਨਾਂ ਦੇ ਵਰਗ ਦੀ ਇਸ ਕਰਕੇ ਗੱਲ ਕਰ ਰਿਹਾ ਵੀ ਅਗਰ ਤੁਸੀਂ ਦੂਜੀ ਪਾਰਟੀਆਂ ਦਾ ਗੱਲ ਕਰੋ, ਖਾਸ ਤੌਰ ਦੇ ਉੱਤੇ ਮੈਂ ਅੱਜ ਗੱਲ ਕਰਨਾ ਚਾਹੂੰਗਾ। ਬੇਸ਼ੱਕ ਸਾਡਾ ਉਹਨਾਂ ਨਾਲ ਕੋਈ ਵਿਚਾਰ ਵਟਾਂਦਰੇ ਦਾ ਫਰਕ ਹੋ ਸਕਦਾ ਵਾ। ਤੁਸੀਂ ਵੇਖੋ ਅਕਾਲੀ ਦਲ ਇੱਥੋਂ ਨਾਲ ਹੀ ਬਲਾਚੌਰ ਹਲਕੇ 'ਚੋਂ ਚੇਤਨ ਚੌਧਰੀ ਟਿਕਟ ਮੰਗ ਰਹੇ ਸੀ, ਯੂਨੀਵਰਸਿਟੀ ਦਾ ਪ੍ਰਧਾਨ ਸੀ, ਉਹਨੂੰ ਟਿਕਟ ਨਹੀਂ ਦਿੱਤੀ ਗਈ। ਫਿਰ ਜਾਤ ਪਾਤ ਦੀ ਗੱਲ ਆ ਗਈ, ਪਰਿਵਾਰਵਾਦ ਦੀ ਗੱਲ ਆ ਗਈ ਔਰ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਉਵੇਂ ਹੀ ਆਮ ਆਦਮੀ ਪਾਰਟੀ ਦੇ ਤੁਸੀਂ ਵੇਖੋ ਪਰਮਿੰਦਰ ਜਸਵਾਲ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਆ, ਉਹਨਾਂ ਨੂੰ ਖਰੜ ਹਲਕੇ ਦੇ ਵਿੱਚੋਂ ਇੱਕ ਸੁਪਰਸਟਾਰ ਨੇ ਆ ਕੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਪਿੱਛੇ ਹਟ ਜਾਓ। ਇਹ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂ ਸਟੂਡੈਂਟ ਜਥੇਬੰਦੀਆਂ ਚੋਂ ਨਿਕਲੇ ਹੋਏ ਨੌਜਵਾਨ, ਭਾਵੇਂ ਉਹ ਕਿਸੇ ਵੀ ਪਾਰਟੀਆਂ 'ਚ ਹੋਣ, ਸਾਡੀ ਬਰਾਦਰੀ ਸਾਰਿਆਂ ਦੀ ਇੱਕ ਆ। ਅਸੀਂ ਬੇਸ਼ੱਕ ਸਟੂਡੈਂਟ ਜਥੇਬੰਦੀਆਂ 'ਚੋਂ ਨਿਕਲੇ ਹੋਏ ਆ, ਕਿਉਂ ਇਹਨਾਂ ਲੋਕਾਂ ਨੂੰ ਪਛਾੜ ਦਿੱਤਾ ਜਾਂਦਾ ਵਾ ਬਾਕੀ ਪਾਰਟੀਆਂ ਵੱਲੋਂ? ਕਾਂਗਰਸ ਤੇ ਸਵਾਲ ਨਹੀਂ ਚੁੱਕੇ ਜਾ ਸਕਦੇ, ਕਿਉਂਕਿ ਕਾਂਗਰਸ ਨੇ ਬੇਸ਼ੱਕ ਅਸੀਂ ਹਾਰ ਗਏ ਇਲੈਕਸ਼ਨ, ਲੇਕਿਨ ਰਾਹੁਲ ਗਾਂਧੀ ਨੇ ਇਸ ਵਰਗ ਦੀ ਮਹੱਤਵਤਾ ਸਮਝੀ ਔਰ ਇਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ। ਇਹ ਗੱਲਾਂ ਲੋਕਾਂ ਦੇ ਅੱਗੇ ਰੱਖਣੀਆਂ ਜ਼ਰੂਰੀ ਆ।
ਤੁਸੀਂ ਬਾਰ-ਬਾਰ ਹਰ ਕੋਈ ਨੌਜਵਾਨਾਂ ਦੀ ਗੱਲ ਕਰ ਰਿਹਾ, ਰੋਜ਼ਗਾਰ ਦੀ ਗੱਲ ਕਰ ਰਿਹਾ, ਐਜੂਕੇਸ਼ਨ ਸਿਸਟਮ ਦੀ ਗੱਲ ਕਰ ਰਿਹਾ। ਕੌਣ ਸੁਧਾਰੂਗਾ ਇਹ ਸਿਸਟਮ? ਇਹ ਉਦੋਂ ਹੀ ਸੁਧਰੂਗਾ ਜਦੋਂ ਨੌਜਵਾਨ ਇਸ ਸਿਸਟਮ ਚ ਆਣਗੇ, ਔਰ ਉਹ ਵੀ ਨੌਜਵਾਨ ਇਹੋ ਜਿਹੇ ਨੌ ਸਿੱਖੀਏ ਨੌਜਵਾਨ ਜਿਨ੍ਹਾਂ ਨੂੰ ਸ਼ਾਇਦ ਓਵਰਆਲ ਮੈਂ ਇਸ ਕਰਕੇ ਯੂਨੀਵਰਸਿਟੀ ਪੋਲਿਟਿਕਸ ਦੀ ਬੜੀ ਕਦਰ ਕਰਦਾ, ਕਿਉਂਕਿ ਉੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ। ਉੱਥੇ ਆਪਣੇ ਨਵੇਂ-ਨਵੇਂ ਤੌਰ ਤਰੀਕਿਆਂ ਦੇ ਨਾਲ ਤੁਸੀਂ ਰਾਜਨੀਤੀ ਦੇ ਵਿੱਚ ਬਹੁਤ ਕੁਝ ਸਿੱਖਦੇ ਵੀ ਹੋ, ਸਮਝਦੇ ਵੀ ਹੋ, ਧਰਨੇ ਵੀ ਲਾਉਂਦੇ ਹੋ, ਧਰਨੇ ਮੁਜ਼ਾਹਰੇ ਵੀ ਹੁੰਦੇ ਆ, ਪਾਲਿਸੀ ਮੇਕਿੰਗ ਵਿੱਚ ਵੀ ਆਉਂਦੇ ਹੋ, ਔਰ ਇੱਕ ਐਕਸਪੀਰੀਅੰਸ ਲੈ ਕੇ ਤੁਸੀਂ ਜਦੋਂ ਇਸ ਪੋਲਿਟਿਕਸ ਮੇਨ ਫਰੇਮ ਚ ਆਉਂਦੇ ਹੋ ਤੇ ਤੁਹਾਨੂੰ ਕਿਤੇ ਨਾ ਕਿਤੇ ਜਗ੍ਹਾ ਮਿਲਦੀ ਆ, ਔਰ ਤੁਸੀਂ ਉਸ ਚੀਜ਼ ਨੂੰ ਬੈਟਰ ਸਮਝ ਸਕਦੇ। ਮੈਂ ਅੱਜ ਇਹ ਗੱਲਾਂ ਇਹਨਾਂ ਦੋਵਾਂ ਇਸ ਕਰਕੇ ਇਨਸਾਨਾਂ ਦਾ ਨਾਮ ਲਿੱਤਾ। ਮੈਂ ਇਹਨਾਂ ਦੀ ਬਤੌਰ ਯੂਨੀਵਰਸਿਟੀ ਲੀਡਰਸ ਕਿਤੇ ਨਾ ਕਿਤੇ ਕਦਰ ਕਰਦਾ ਸੀ, ਕਿਉਂਕਿ ਦੋਵੇਂ ਯੂਨੀਵਰਸਿਟੀ ਦੇ ਪ੍ਰਧਾਨ ਸੀ ਔਰ ਇਲੈਕਟਿਡ ਪ੍ਰਧਾਨ ਸੀ। ਲੇਕਿਨ ਦੂਜੀ ਪਾਰਟੀਆਂ ਨੇ ਕਿਸ ਬਿਨਾਂ ਦੇ ਉੱਤੇ ਇਹਨਾਂ ਨੂੰ ਨਕਾਰਿਆ ਗਿਆ, ਔਰ ਮੈਂ ਅਕ੍ਰੋਸ ਪਾਰਟੀ ਲਾਈਨਸ ਪਾਰਟੀਆਂ ਤੋਂ ਉੱਪਰ ਉੱਠ ਕੇ ਇਹਨਾਂ ਦੇ ਹੱਕ ਦੇ ਵਿੱਚ ਅੱਜ ਇਹ ਬਿਆਨ ਇਸ ਕਰਕੇ ਦੇ ਰਿਹਾ ਵੀ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਪਾਰਟੀਆਂ ਨੂੰ ਹਮੇਸ਼ਾ ਜਦੋਂ ਆਪਾਂ ਇਲੈਕਸ਼ਨ ਜਾਂ ਜਦੋਂ ਆਪਾਂ ਵੋਟਾਂ ਪਾਈਦੀਆਂ ਤੇ ਵੇਖੋ ਤੁਹਾਡੇ ਵਰਗ ਦੀ, ਤੁਹਾਡੇ ਬਰਾਦਰੀ ਦੀ ਕਿੰਨੇ ਗੱਲ ਕੀਤੀ ਹੈ। ਜਾਤ ਪਾਤ ਦੇ ਵਿੱਚ ਨਾ ਵੰਡੇ ਜਾਈਏ, ਆਪਣਾ ਸਾਰਿਆਂ ਦਾ ਕਿਤੇ ਨਾ ਕਿਤੇ ਨੌਜਵਾਨਾਂ ਦਾ ਜਿਹੜੇ ਰੋਜ਼ਗਾਰ ਮੰਗ ਰਿਹਾ ਉਹਨਾਂ ਦਾ ਵਰਗ ਇੱਕ ਆ, ਉਹਨਾਂ ਦੀ ਮੁਸ਼ਕਲਾਂ ਇੱਕ ਆ, ਜਿਹੜੇ ਐਜੂਕੇਸ਼ਨ ਦੀਆਂ ਵੱਧ ਫੀਸਾਂ ਦੇ ਰਹੇ ਆ ਉਹਨਾਂ ਦਾ ਵਰਗ ਇੱਕ ਆ, ਉਹਨਾਂ ਦਾ ਸਾਰਿਆਂ ਦਾ ਇੱਕ ਮਾਹੌਲ ਇੱਕ ਆ। ਇਸ ਕਰਕੇ ਮੈਂ ਇਹ ਗੱਲ ਕਰ ਰਿਹਾ। ਮੈਂ ਇਹਨਾਂ ਨਾਲ ਗੱਲ ਇੱਕ ਹੋਰ ਜੋੜਨਾ ਚਾਹੂੰਗਾ। ਕਾਂਗਰਸ ਪਾਰਟੀ ਦੇ ਬੇਸ਼ੱਕ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਹਾਰ ਗਏ, ਨੁਕਸਾਨ ਝੱਲਿਆ, ਲੇਕਿਨ ਉਹਨਾਂ ਨੇ ਇਸ ਵਰਗ ਨੂੰ ਇਸ ਕਰਕੇ ਮਹੱਤਵਤਾ ਦਿੱਤੀ ਤਾਂ ਕਿ ਆਈਡੀਆਜ਼ ਆਣ, ਤਾਂ ਕਿ ਨਵੇਂ ਵਰਗ ਦੇ ਲੋਕ ਆ ਕੇ ਪਾਰਟੀ ਦੇ ਵਿੱਚ ਵਾਈਬ੍ਰੈਂਸੀ ਲਿਆਣ। ਇਸ ਕਰਕੇ ਇਹ ਬਾਕੀ ਪਾਰਟੀਆਂ ਨਾਲੋਂ, ਜਿਹੜੀ ਬਾਕੀ ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਮੈਂ ਆਪਣੀ ਪਾਰਟੀ ਦੀ, ਸਾਰੇ ਕਹਿਣਗੇ ਵੀ ਤੁਸੀਂ ਜਦੋਂ ਇਹਨਾਂ ਦੀ ਗੱਲ ਕਰ ਰਹੇ ਹੋ ਫਿਰ ਆਪਣੀ ਪਾਰਟੀ ਦੀ ਕਿਉਂਕਿ ਜਿਹੜੀ ਗੱਲ ਚੰਗੀ ਕੀਤੀ ਪਾਰਟੀ ਨੇ ਉਹਦੇ ਬਾਰੇ ਬੋਲਣਾ ਚਾਹੀਦਾ, ਔਰ ਜਿਹੜੀ ਪਾਰਟੀਆਂ ਨੇ ਮਾੜਾ ਕੰਮ ਕੀਤਾ ਉਹਦਾ ਇਹ ਜਵਾਬ ਦੇਣ ਬਾਕੀ ਪਾਰਟੀਆਂ। ਕਿਉਂ ਚੇਤਨ ਚੌਧਰੀ ਵਰਗੇ ਔਰ ਇਹ ਆਪਣਾ ਕੀ ਕਹਿੰਦੇ ਪਰਮਿੰਦਰ ਜਸਵਾਲ ਵਰਗੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕੀਤਾ, ਇਹਨਾਂ ਨੂੰ ਪਿੱਛੇ ਕੀਤਾ ਗਿਆ, ਔਰ ਕਾਂਗਰਸ ਪਾਰਟੀ ਤੇ ਸਵਾਲ ਚੁੱਕਦੇ ਆ, ਬਾਰ-ਬਾਰ ਇਹ ਗੱਲ ਕਰਦੇ ਆ ਇਹਨਾਂ ਨੌਜਵਾਨਾਂ ਨੂੰ ਕਦੋਂ ਟਿਕਟਾਂ ਮਿਲਣਗੀਆਂ, ਕਦੋਂ ਇਹ ਨੌਜਵਾਨਾਂ ਨੂੰ ਇਸ ਪ੍ਰਥਮ ਸ਼੍ਰੇਣੀ ਦੇ ਵਿੱਚ ਆ ਕੇ ਆਪਾਂ ਗੱਲ ਤਾਂ ਕਰਦੇ ਆ ਸਾਰੇ ਨੌਜਵਾਨਾਂ ਦੀ, ਕਦੋਂ ਆਪਾਂ ਇਹ ਨੌਜਵਾਨਾਂ ਦੀ ਆਪਾਂ ਗੱਲ ਕਰਨ ਵਾਲੇ ਲੋਕ ਕਦੋਂ ਇਹਨਾਂ ਨੂੰ ਉਹਨਾਂ ਦੀ ਬਣਦਾ ਮਾਨ ਸਨਮਾਨ ਦੇਣਗੇ। ਇਸ ਕਰਕੇ ਇਹ ਗੱਲਾਂ ਜ਼ਰੂਰੀ ਆ, ਔਰ ਇਸ ਕਰਕੇ ਮੈਂ ਇਹ ਅੱਜ ਦੇ ਸਮੇਂ ਦੇ ਵਿੱਚ ਇਹ ਸਵਾਲ ਜਿਹੜੇ ਆ ਇਹ ਲੋਕਾਂ ਦੀ ਨਜ਼ਰ ਵਿੱਚ ਵੀ ਆਣੇ ਚਾਹੀਦੇ ਆ। ਸੋ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਆਓ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਵਿਦਿਆਰਥੀ ਵਰਗ ਨੂੰ, ਆਪਣੇ ਸਟੂਡੈਂਟਸ ਨੂੰ, ਆਪਣੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਆਪਣੇ ਜਿਹੜੇ ਮੁੱਦਿਆਂ ਦੀ ਗੱਲ ਆ ਉਹਦੇ ਤੇ ਰਾਜਨੀਤੀ ਕਰੀਏ, ਔਰ ਆਪਣੇ ਵਿੱਚੋਂ ਜਿਹੜੇ ਲੋਕਾਂ ਨੂੰ ਆਪਾਂ ਸਮਝ ਸਕਦੇ ਆ, ਜਿਨ੍ਹਾਂ ਲੋਕਾਂ ਨੂੰ ਜਿਹੜੇ ਤੁਹਾਡੀ ਮੁਸ਼ਕਲਾਂ ਜਾਣਦੇ ਆ। ਮੈਂ ਨਹੀਂ ਇਹ ਕਹਿੰਦਾ ਵੀ ਜਿਨ੍ਹਾਂ ਦਾ ਕੋਈ ਐਕਸਪੀਰੀਅੰਸ ਆ ਉਹਨਾਂ ਨੂੰ ਵੀ ਬਹੁਤ ਮੁਸ਼ਕਲਾਂ ਦੀ ਸਮਝ ਹੋਊਗੀ, ਲੇਕਿਨ ਜਦੋਂ ਆਪਾਂ ਇਸ ਧਾਰਨਾ ਨੂੰ ਜਾਂ ਬਦਲੀਏ ਵੀ ਆਪਾਂ ਇੱਕ ਸਮਾਜ ਦਾ ਵਰਗ ਦਾ ਲੀਡਰ ਹੀ ਉਸ ਸਮਾਜ ਦੀ ਪ੍ਰੋਬਲਮਾਂ ਨੂੰ ਹੱਲ ਕਰ ਸਕਦਾ ਵਾ, ਜਾਂ ਇੱਕ ਜਾਤ ਦਾ ਲੀਡਰ ਹੀ ਉਸ ਜਾਤ ਦੀਆਂ ਪ੍ਰੋਬਲਮਾਂ ਨੂੰ ਹੱਲ ਕਰ ਸਕਦਾ। ਫਿਰ ਆਪਾਂ ਨੌਜਵਾਨਾਂ ਨੂੰ ਆਪਣਾ ਵਿਦਿਆਰਥੀਆਂ ਦੀ ਕੀ ਜਾਤ ਆ, ਵਿਦਿਆਰਥੀਆਂ ਦੀ ਕੀ ਸਮਾਜ ਦੀ ਮੰਗ ਆ, ਸੋ ਇਹ ਜਿਹੜੀਆਂ ਗੱਲਾਂ ਵਾ ਇਹ ਮੁੱਖ ਸ਼੍ਰੇਣੀ ਦੇ ਵਿੱਚ ਲੈ ਕੇ ਆਣੀਆਂ ਪੈਣਗੀਆਂ, ਔਰ ਲੋਕਾਂ ਦੇ ਵਿੱਚ ਜਾ ਕੇ ਆਪਣੀ ਰਿਪਰੈਜ਼ੈਂਟੇਸ਼ਨ ਨੂੰ ਦਰੁਸਤ ਕਰਨਾ ਪਊਗਾ। ਇਸ ਕਰਕੇ ਬਾਕੀ ਪਾਰਟੀਆਂ ਔਰ ਕਾਂਗਰਸ ਪਾਰਟੀ 'ਚ ਜ਼ਰੂਰ ਅੰਤਰ ਆ, ਔਰ ਇਹ ਮੰਨਣਾ ਪਊਗਾ, ਕਿਉਂਕਿ ਇੰਨੀਆਂ ਨੌਜਵਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਉਹ ਵੀ ਵਿਦਿਆਰਥੀ ਜਥੇਬੰਦੀਆਂ ਦੇ ਢਾਂਚੇ ਵਿੱਚੋਂ, ਜਿੰਨੀਆਂ ਇਸ ਵਾਰ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਦਿੱਤੀਆਂ ਸੀਗੀਆਂ। ਅੱਜ ਬੇਸ਼ੱਕ ਅਸੀਂ ਆਪਣਾ ਯੂਥ ਵਿੰਗ ਦੇ ਵਿੱਚ ਆ, ਲੇਕਿਨ ਸਟੂਡੈਂਟ ਪੋਲਿਟਿਕਸ ਤੋਂ ਨਿਕਲੇ ਹੋਏ ਨੌਜਵਾਨਾਂ ਨੂੰ, ਔਰ ਮੈਂ ਖਾਸ ਤੌਰ ਤੇ ਗੱਲ ਕਰ ਰਿਹਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਉਹਦੀ ਮਾਨਤਾ ਸਮਝੋ। ਪਿੰਡ ਦੀ ਸਰਪੰਚੀ ਦੀ ਇਲੈਕਸ਼ਨ ਵੀ ਹੁੰਦੀ ਆ, ਯੂਨੀਵਰਸਿਟੀ ਦੀ ਪ੍ਰਧਾਨਗੀ ਦੀ ਵੀ ਇਲੈਕਸ਼ਨ ਹੁੰਦੀ ਆ। ਇਲੈਕਸ਼ਨਾਂ ਦੇ ਮਾਇਨੇ ਹੁੰਦੇ ਆ, ਸਰਪੰਚ ਦੀ ਜਿਵੇਂ ਇੱਜ਼ਤ ਆ ਉਵੇਂ ਹੀ ਯੂਨੀਵਰਸਿਟੀ ਪ੍ਰਧਾਨ ਦੀ ਇੱਜ਼ਤ ਆ। ਉਸ ਦਾ ਸਟੂਡੈਂਟਸ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਸਥਾਨ ਆ। ਕੰਨੂ ਪ੍ਰਿਆ ਪਹਿਲੀ ਆਪਣਾ ਕੀ ਕਹਿੰਦੇ ਫੀਮੇਲ ਯੂਨੀਵਰਸਿਟੀ ਦੀ ਪ੍ਰਧਾਨ ਬਣੀ। ਵੱਡੇ ਯੂਨੀਵਰਸਿਟੀਆਂ ਦੇ ਵਿੱਚ ਵੇਖ ਲਓ, ਦਿੱਲੀ ਯੂਨੀਵਰਸਿਟੀਆਂ ਤੋਂ ਲੀਡਰ ਕਿੱਥੇ ਪਹੁੰਚੇ, ਰਾਜਸਥਾਨ ਯੂਨੀਵਰਸਿਟੀਆਂ ਤੋਂ ਲੀਡਰ ਕਿੱਥੇ ਪਹੁੰਚੇ। ਸੋ ਇਸ ਕਰਕੇ ਇਹ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਵੀ ਹੋਣੀ ਚਾਹੀਦੀ ਆ। ਇਹ ਮੁੱਦਿਆਂ ਦੇ ਉੱਤੇ ਨੌਜਵਾਨਾਂ ਨੂੰ ਵੀ ਬੋਲਣਾ ਚਾਹੀਦਾ ਵਾ, ਔਰ ਜਿਹੜੀ ਦੂਜੀ ਪਾਰਟੀਆਂ ਨੇ ਵਿਤਕਰਾ ਕੀਤਾ ਇਹ ਨੌਜਵਾਨਾਂ ਨਾਲ, ਨੌਜਵਾਨ ਵਿਦਿਆਰਥੀਆਂ ਨੂੰ ਇਹਦਾ ਜਵਾਬ ਵੀ ਦੇਣਾ ਚਾਹੀਦਾ ਵਾ। ਕਿਹੜੀ ਪਾਰਟੀ ਵਿਦਿਆਰਥੀ ਜਥੇਬੰਦੀਆਂ ਦੀ, ਵਿਦਿਆਰਥੀਆਂ ਦੀ ਸਹੀ ਨੁਮਾਇੰਦਗੀ ਕਰ ਰਹੀ ਆ? ਕੱਲੇ ਪਾਲਿਸੀ ਬਣਾਉਣਾ ਉਹ ਨੁਮਾਇੰਦਗੀ ਨਹੀਂ ਆ। ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੂੰ ਮੌਕੇ ਦਿੱਤੇ ਗਏ, ਤੁਹਾਡੇ ਵਿੱਚੋਂ ਉੱਠੇ ਨੌਜਵਾਨਾਂ ਨੂੰ ਕਿੰਨਾ ਪਾਰਟੀਆਂ ਨੇ ਮੌਕੇ ਦਿੱਤੇ? ਇਹ ਵੱਡੇ ਸਵਾਲ ਆ ਜਿਨ੍ਹਾਂ ਦਾ ਜਵਾਬ ਆਮ ਨੌਜਵਾਨਾਂ ਨੂੰ ਦੇਣਾ ਚਾਹੀਦਾ। ਸੋ ਇਸ ਕਰਕੇ ਮੈਂ ਇਹ ਗੱਲਾਂ ਕਰ ਰਿਹਾ ਵੀ ਹਰ ਵਾਰ ਆਪਾਂ
ਅੰਨੇ ਹੋ ਕੇ ਵੋਟਾਂ ਨਾ ਪਾ ਦਿਆ ਕਰੀਏ। ਪਿੰਡ ਦੇ ਵਿੱਚ ਪਿੰਡ ਪੁਰਾਣੀ ਪਾਰਟੀ ਆ, ਪਿੰਡ ਦੇ ਵਿੱਚ ਨਵੀਂ ਪਾਰਟੀ ਆ, ਨਵੇਂ ਬਦਲਾਵ ਆਊਗਾ। ਉਹਨਾਂ ਪਾਰਟੀਆਂ ਦੇ ਪਿਛੋਕੜ ਵੇਖੋ। ਆਮ ਆਦਮੀ ਪਾਰਟੀ ਜਿਹੜੀ ਆਮ ਆਦਮੀ ਦੀ ਸਭ ਤੋਂ ਵੱਧ ਗੱਲ ਕਰਦੀ ਆ, ਅੱਜ ਇਹਨਾਂ ਨੇ ਖਰੜ ਦੇ ਵਿੱਚ ਇੱਕ ਫੇਮਸ ਪਰਸਨੈਲਿਟੀ ਨੂੰ, ਇੱਕ ਨੌਜਵਾਨ ਦੇ ਹੱਕ ਜਿੰਨੇ ਮਾਰੇ ਆ। ਮੈਂ ਉਹਨਾਂ ਦੀ ਪਾਰਟੀ ਦਾ ਕੋਈ ਸਪੋਕਸਪਰਸਨ ਨਹੀਂ ਆ, ਲੇਕਿਨ ਮੈਂ ਵਿਦਿਆਰਥੀ ਜਥੇਬੰਦੀਆਂ ਦਾ ਜ਼ਰੂਰ ਕਿਤੇ ਵੀ ਗੱਲ ਆਊਗੀ ਅਸੀਂ ਉੱਥੇ ਮੁੱਦਾ ਚੁੱਕਾਂਗੇ। ਕਿਉਂ ਇਹਨਾਂ ਨੇ ਉਸ ਨੌਜਵਾਨ ਦਾ ਹੱਕ ਮਾਰਿਆ? ਕਿਉਂ ਨਹੀਂ ਇਹਨਾਂ ਨੇ ਉਸ ਨੌਜਵਾਨ ਨੂੰ, ਕਿਉਂ ਉਹਦੇ ਧਰਨੇ ਘੱਟ ਸੀ, ਉਹਦੀਆਂ ਕੰਟਰੀਬਿਊਸ਼ਨ ਘੱਟ ਸੀ ਪਾਰਟੀ ਪ੍ਰਤੀ? ਕਿ ਉਹ ਮਿੱਟੀ ਜਾ ਕੇ ਮਿੱਟੀ ਨਹੀਂ ਹੋਇਆ? ਕਿਉਂ ਤੁਸੀਂ ਇੱਕ ਸੁਪਰਸਟਾਰ ਨੂੰ ਲਿਆ ਕੇ ਉਹਦੇ ਉੱਪਰ ਦੀ ਬਿਠਾਤਾ? ਉਹੀ ਕੀ ਗੱਲ, ਚੇਤਨ ਚੌਧਰੀ ਦੀ ਕੋਈ ਕਾਬਲੀਅਤ ਵਿੱਚ ਕਮੀ ਸੀ? ਅਗਰ ਉਹ ਯੂਨੀਵਰਸਿਟੀ ਦਾ ਪ੍ਰਧਾਨ ਬਣ ਸਕਦਾ ਤੇ ਉਹਨੂੰ ਐਮਐਲਏ ਦੀ ਟਿਕਟ ਕਿਉਂ ਨਹੀਂ ਮਿਲ ਸਕਦੀ? ਕਿਉਂ ਤੁਸੀਂ ਪਰਿਵਾਰਵਾਦ ਦੇ ਹਿਸਾਬ ਨਾਲ ਤੁਸੀਂ ਇੱਕ ਪਰਿਵਾਰ ਦੇ ਵਿੱਚੋਂ ਚੱਕੇ ਕੀ ਕਹਿੰਦੇ ਵੀ ਆ ਵੀ ਇਹਨਾਂ ਦੇ ਫਾਦਰ ਵੀ ਐਮਐਲਏ ਰਹੇ ਆ, ਫਾਦਰ ਇਨ ਲਾ ਵੀ ਐਮਐਲਏ ਰਹੇ ਆ। ਤੁਸੀਂ ਪਰਿਵਾਰਵਾਦ ਨੂੰ ਇੱਕ ਨੌਜਵਾਨ ਦੇ ਉੱਪਰ ਦੀ ਲਿਆ ਕੇ ਵੋਟ ਆਪਣਾ ਸੀਟ ਦਾ ਸਿਲੈਕਸ਼ਨ ਕਰ ਦਿੱਤੀ। ਤੇ ਫਿਰ ਪਾਰਟੀਆਂ ਦੀ ਜਿਹੜੀ ਕ੍ਰੈਡੀਬਿਲਿਟੀ ਆ, ਪਾਰਟੀਆਂ ਦੀ ਜਿਹੜੀ ਸਿਲੈਕਸ਼ਨ ਪਾਲਿਸੀ ਆ, ਉਹ ਜਥੇਬੰਦੀਆਂ ਦੇ ਪ੍ਰਤੀ ਨਹੀਂ ਹੋ ਸਕਦੀ, ਉਹ ਵਿਦਿਆਰਥੀ ਜਥੇਬੰਦੀਆਂ ਪ੍ਰਤੀ ਨਹੀਂ ਹੋ ਸਕਦੀ, ਉਹ ਵਿਦਿਆਰਥੀ ਦੇ ਸਮਾਜ ਪ੍ਰਤੀ ਨਹੀਂ ਹੋ ਸਕਦੀ। ਇਹ ਵੱਡੇ ਸਵਾਲ ਆ ਜਿਨ੍ਹਾਂ ਦਾ ਪਾਰਟੀਆਂ ਨੂੰ ਜਵਾਬ ਦੇਣਾ ਪਊਗਾ। ਮੈਂ ਕਾਂਗਰਸ ਪਾਰਟੀ ਦੀ ਇਸ ਕਰਕੇ ਗੱਲ ਕੀਤੀ ਕਿਉਂਕਿ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਬੇਸ਼ੱਕ ਨੌਜਵਾਨ ਹਾਰੇ ਜਿੱਤੇ, ਉਹਨਾਂ ਨੇ ਇਹ ਨਹੀਂ ਵੇਖਿਆ ਪਾਰਟੀ ਨੂੰ ਫਾਇਦਾ ਨੁਕਸਾਨ, ਉਹਨਾਂ ਨੇ ਇਸ ਵਰਗ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ। ਔਰ ਜਦ ਕਿ ਬਾਕੀ ਕਿਸੇ ਪਾਰਟੀ ਨੇ ਅੱਜ ਤੱਕ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ, ਔਰ ਕਾਂਗਰਸ ਪਾਰਟੀ ਅੱਗੇ ਵੀ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੰਦੀ ਰਹੂਗੀ। ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੂੰ ਇਹ ਜਵਾਬ ਦੇਣਾ ਪਊਗਾ। ਇਹ ਦੋ ਨੌਜਵਾਨਾਂ ਦੀਆਂ ਟਿਕਟਾਂ ਕੱਟ ਕੇ ਉਹਨਾਂ ਨੇ ਇਸ ਸਾਡੇ ਵਿਦਿਆਰਥੀ ਵਰਗ ਦੀ ਜਥੇਬੰਦੀ ਨੂੰ, ਵਿਦਿਆਰਥੀ ਵਰਗ ਨੂੰ ਇਹਨਾਂ ਨੇ ਕਿਉਂ ਇਸ ਚੀਜ਼ ਦਾ ਪੱਖਪਾਤ ਕੀਤਾ? ਔਰ ਇਹਨਾਂ ਦੇ ਕੀ ਗੱਲ, ਇਹਨਾਂ ਨੂੰ ਵਿਦਿਆਰਥੀ ਵਰਗ ਜ਼ਰੂਰੀ ਨਹੀਂ? ਕਿ ਇਸ ਸਮਾਜ ਦੀ ਰਿਪਰੈਜ਼ੈਂਟੇਸ਼ਨ ਜ਼ਰੂਰੀ ਨਹੀਂ? ਕਿ ਵਿਦਿਆਰਥੀਆਂ ਵਿੱਚੋਂ ਨਿਕਲੇ ਹੋਏ ਲੀਡਰ ਇਹਨਾਂ ਵਾਸਤੇ ਇੰਨੇ ਮਾੜੇ ਹੋ ਗਏ ਵੀ ਇਹਨਾਂ ਨੂੰ ਪਰਿਵਾਰਵਾਦ ਔਰ ਸੁਪਰਸਟਾਰ ਉੱਪਰੋਂ ਲਿਆ ਕੇ ਇਹਨਾਂ ਨੂੰ ਖੜੇ ਕਰਨ ਦਿੱਤੇ ਗਏ? ਕਿਉਂ ਨਹੀਂ ਵਿਸ਼ਵਾਸ ਕੀਤਾ ਇਹਨਾਂ ਨੇ ਵਿਦਿਆਰਥੀ ਜਥੇਬੰਦੀਆਂ ਦੇ ਉੱਤੇ? ਸੋ ਇਹ ਮੇਰੇ ਕੁਝ ਸਵਾਲ ਆ ਜਿਨ੍ਹਾਂ ਦੇ ਪਾਰਟੀਆਂ ਨੂੰ ਜਵਾਬ ਦੇਣਾ ਚਾਹੀਦਾ। ਔਰ ਨਾਲ ਨਾਲ ਮੈਂ ਵਿਦਿਆਰਥੀਆਂ ਨੂੰ ਵੀ ਕਹੂੰਗਾ ਵੀ ਆਓ ਆਪਾਂ ਵੀ ਇੱਕ ਆਵਾਜ਼ ਬਣੀਏ। ਵਿਦਿਆਰਥੀ ਠੀਕ ਆ, ਆਪਾਂ ਲੀਡਰਾਂ ਪਿੱਛੇ ਜਾਓ, ਜ਼ਰੂਰ ਜਾਓ, ਲੇਕਿਨ ਤੁਹਾਡੇ ਵਿੱਚੋਂ ਨਿਕਲੇ ਹੋਏ ਜਿਹੜੇ ਲੋਕ ਆ, ਜਿਹੜੇ ਲੀਡਰ ਆ, ਉਹ ਤੁਹਾਡੀਆਂ ਮੁਸ਼ਕਲਾਂ ਔਰ ਤੁਹਾਡੀ ਸਮੱਸਿਆਵਾਂ ਨੂੰ ਬਹੁਤ ਬਿਹਤਰ ਸਮਝ ਸਕਣਗੇ। ਭਾਵੇਂ ਉਹ ਰੋਜ਼ਗਾਰ ਦੀ ਹੋਵੇ, ਭਾਵੇਂ ਐਜੂਕੇਸ਼ਨ ਦੀ ਹੋਵੇ, ਭਾਵੇਂ ਤੁਹਾਡੇ ਫੀਸਾਂ ਦੀ ਗੱਲ ਹੋਵੇ, ਭਾਵੇਂ ਤੁਹਾਡੇ ਆਉਣ ਵਾਲੇ ਭਵਿੱਖ ਦੀ ਹੋਵੇ। ਇਹ ਮੇਰੀਆਂ ਬੇਨਤੀਆਂ ਵਾ ਜਿਨ੍ਹਾਂ ਨੂੰ ਜ਼ਰੂਰ ਸੋਚਿਓ ਔਰ ਵਿਚਾਰ ਕਰਿਓ। ਬਹੁਤ ਬਹੁਤ ਧੰਨਵਾਦ।